Hello students, today we are going to start our next part, second chapter first, financial planning। ਹੁਣ ਦੇਖੋ financial ਹੁੰਦਾ finance, planning ਹੁੰਦਾ ਯੋਜਨਾ ਕਿ ਪੈਸੇ ਨੂੰ ਲੈ ਕੇ ਆਪਾਂ ਇੱਕ ਯੋਜਨਾ ਕਰਨੀ ਹੈ ਕਿ ਕਿਸ ਤਰੀਕੇ ਨਾਲ ਪੈਸਾ ਬਿਜ਼ਨਸ ਦੇ ਲਈ ਬਿਜ਼ਨਸ ਨੂੰ ਆਪਰੇਟ ਦੇ ਲਈ ਚਾਹੀਦਾ ਹੁੰਦਾ ਵਾ। ਫਸਟਲੀ ਆਪਣੇ ਕੋਲ ਹੈ ਇੰਟਰੋਡਕਸ਼ਨ। ਜੋ ਪੈਸਾ ਫਿਨਾਂਸ ਆਪਣਾ ਇੰਪਲਾਈ ਕਰਦਾ ਮਨੀ ਪੈਸਾ ਜਾਂ ਫਿਰ ਕੋਈ ਵੀ ਫੰਡ ਕਿੱਥੇ ਆਰਗੇਨਾਈਜੇਸ਼ਨ ਨੂੰ ਚਲਾਉਣ ਦੇ ਲਈ। ਐਂਟਰਪ੍ਰਾਈਜ਼ ਹੁੰਦਾ ਆਰਗੇਨਾਈਜੇਸ਼ਨ। ਹੁਣ ਦੇਖੋ ਉਹ ਡਿਪੈਂਡ ਕਰਦਾ ਬਿਜ਼ਨਸ ਦੇ ਸਾਈਜ਼ ਦੇ ਉੱਪਰ। ਅਗਰ ਬਿਜ਼ਨਸ ਸਾਈਜ਼ ਬਹੁਤ ਜ਼ਿਆਦਾ ਵੱਡਾ ਵਾ ਤਾਂ ਆਪਾਂ ਨੂੰ ਜ਼ਿਆਦਾ ਪੈਸੇ ਦੀ ਲੋੜ ਹੈ। ਅਗਰ ਬਿਜ਼ਨਸ ਸਾਈਜ਼ ਛੋਟਾ ਵਾ ਤਾਂ ਉਹਦੇ ਅਕੋਰਡਿੰਗ। ਤਾਂ ਇਹ ਕਿ ਇਟ ਇਜ਼ ਅ ਲਾਈਫ ਐਂਡ ਬਲੱਡ ਆਫ ਦਾ ਬਿਜ਼ਨਸ। ਮੇਨ ਉਹ ਕਹਿੰਦੇ ਬਿਜ਼ਨਸ 'ਚ ਅਗਰ ਪੈਸਾ ਹੈ ਤਾਂ ਹੀ ਬਿਜ਼ਨਸ ਚੱਲੂਗਾ, ਅਦਰਵਾਈਜ਼ ਨਹੀਂ ਚੱਲ ਸਕਦਾ। ਹਰ ਇੱਕ ਬਿਜ਼ਨਸ ਜੋ ਵੀ ਕੋਈ ਵੀ ਐਕਟੀਵਿਟੀ ਹੈ ਉਹ ਫਿਨਾਂਸ ਦੇ ਆਲੇ ਦੁਆਲੇ ਹੀ ਘੁੰਮਦੀ ਹੈ। ਅਗਰ ਪੈਸਾ ਹੋਊਗਾ ਆਪਾਂ ਕੁਛ ਵੀ ਕਰ ਸਕਦੇ ਹਾਂ, ਕੋਈ ਵੀ ਸਮਾਨ ਇੱਧਰ ਉੱਧਰ ਕਰ ਸਕਦੇ ਹਾਂ, ਕਿਸੇ ਵੀ ਤਰੀਕੇ ਦਾ ਰॉ ਮਟੀਰੀਅਲ ਚਾਹੀਦਾ ਉਹ ਪਰਚੇਜ਼ ਕਰ ਸਕਦੇ ਹਾਂ। ਤਾਂ ਇਹ ਸਾਰਾ ਉਹ ਕਹਿੰਦੇ ਨੀਅਰ ਅਬਾਊਟ ਕਿਹਦੇ ਆਪਣਾ ਘੁੰਮਦਾ ਵਾ ਫਿਨਾਂਸ 'ਤੇ। ਤਾਂ ਹੁਣ ਜੋ ਇੱਕ ਆਰਗੇਨਾਈਜੇਸ਼ਨ ਹੈ ਉਹਦੇ ਲਈ ਆਪਾਂ ਨੂੰ ਪ੍ਰਕਿਓਰ ਹੁੰਦਾ ਖਰੀਦਣਾ ਜਾਂ ਇਕੱਠਾ ਕਰਨਾ। ਕਿਹੜੀਆਂ ਸਾਰੀਆਂ ਰਿਸੋਰਸਿਸ ਆਪਾਂ ਨੂੰ ਚਾਹੀਦੇ ਆ, ਪ੍ਰਕਿਓਰ ਕਰਨੇ ਪੈਂਦੇ ਆ, ਲਾਈਕ ਲੈਂਡ, ਬਿਲਡਿੰਗ, ਮਨੀ। ਠੀਕ ਹੈ, ਇਸੇ ਕਰਕੇ ਫਿਨਾਂਸ ਆਪਣਾ ਬਹੁਤ ਇੰਪੋਰਟੈਂਟ ਪਾਰਟ ਮੰਨਿਆ ਜਾਂਦਾ ਵਾ ਹਰ ਇੱਕ ਡਿਪਾਰਟਮੈਂਟ ਨੂੰ ਚਲਾਉਣ ਦੇ ਲਈ। ਲਾਈਕ ਪ੍ਰੋਡਕਸ਼ਨ ਹੈ, ਪਰਚੇਜ਼ ਹੈ, ਪਰਸੋਨਲ ਹੈ, ਇਹ ਸਾਰਾ ਆਪਣਾ ਡਿਪੈਂਡ ਕਾਹਦੇ ਉੱਪਰ ਕਰਦਾ ਵਾ, ਫਿਨਾਂਸ ਦੇ ਉੱਪਰ, ਪੈਸੇ ਦੇ ਉੱਪਰ। ਨੈਕਸਟ ਆਪਣੇ ਕੋਲ ਹੈ ਮੀਨਿੰਗ ਐਂਡ ਡੈਫੀਨੇਸ਼ਨ ਆਫ ਫਾਈਨੈਂਸ਼ੀਅਲ ਮੈਨੇਜਮੈਂਟ। ਦੇਖੋ ਮੈਨੇਜਮੈਂਟ ਕੀ ਹੁੰਦਾ, ਮੈਨੇਜ ਕਰਨਾ, ਚੀਜ਼ਾਂ ਨੂੰ ਕੰਟਰੋਲ ਕਰਨਾ। ਫਸਟ ਪਾਰਟ ਦੀ ਜੋ ਬੁੱਕ ਸੀ ਉਹਦੇ ਵਿੱਚ ਆਪਾਂ ਸਟਾਰਟਿੰਗ 'ਚ ਫੰਕਸ਼ਨਸ ਕੀਤੇ ਸੀ। ਜੋ ਪਹਿਲਾ ਫੰਕਸ਼ਨ ਸੀ ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੰਟਰੋਲਿੰਗ। ਠੀਕ ਹੈ, ਇਹ ਸਾਰੇ ਸੀ ਆਪਣੇ ਕੋਲੇ। ਤਾਂ ਉਹਦੇ ਵਿੱਚ ਕੀ ਸੀਗਾ, ਮੈਨੇਜ ਇਕੱਲਾ ਸੀ। ਹੁਣ ਕੀ ਹੈ, ਫਾਈਨੈਂਸ਼ੀਅਲ। ਫਿਨਾਂਸ ਮਤਲਬ ਮੈਨੇਜਮੈਂਟ ਦੇ ਬਾਰੇ ਉਵੇਂ ਦੱਸਣਾ ਕਿ ਆਪਾਂ ਨੂੰ ਸਹੀ ਤਰੀਕੇ ਨਾਲ ਕੰਟਰੋਲ ਕਰਨਾ, ਮੈਨੇਜ ਕਰਨਾ, ਪ੍ਰਬੰਧ ਕਰਨਾ। ਪਰ ਕਿਹਦਾ ਪ੍ਰਬੰਧ ਕਰਨਾ, ਪੈਸੇ ਦਾ। ਦੇਖੋ ਫਿਨੈਂਸਿੰਗ ਇਨਵੋਲਵ ਆਪਣਾ ਕਿਹਦੇ ਵਿੱਚ ਆ, ਪਲੈਨਿੰਗ, ਤਾਂ ਕਿ ਆਪਾਂ ਫੰਡ ਰੇਜ਼ ਕਰਨੇ ਐਫੀਸ਼ੀਐਂਟਲੀ, ਉਹਨੂੰ ਸਹੀ ਤਰੀਕੇ ਨਾਲ ਚਲਾ ਸਕੀਏ, ਉਹਨੂੰ ਕੰਟਰੋਲ ਕਰ ਸਕੀਏ। ਠੀਕ ਹੈ, ਤਾਂ ਇਹ ਜਿਹੜਾ ਮੈਨੇਜਮੈਂਟ ਆ ਰਿਲੇਟ ਕਿਹਦੇ ਨਾਲ ਕਰਦਾ ਵਾ, ਰਿਲੇਟ ਵਿਦ ਪ੍ਰਕਿਓਰਮੈਂਟ ਆਫ ਫੰਡਸ ਐਂਡ ਦੇਅਰ ਪ੍ਰੋਪਰ ਯੂਟੀਲਾਈਜੇਸ਼ਨ, ਕਿ ਆਪਾਂ ਉਹਨੂੰ ਪ੍ਰੋਪਰ ਤਰੀਕੇ ਨਾਲ ਯੂਟੀਲਾਈਜ਼ ਕਰ ਸਕੀਏ। ਤਾਂ ਦੇਖੋ ਫਾਈਨੈਂਸ਼ੀਅਲ ਜਿਹੜਾ ਮੈਨੇਜਮੈਂਟ ਹੈ ਇਹਦਾ ਰੋਲ ਕੀ ਹੈ, ਸਟਾਰਟ ਫਰੋਮ ਦਾ ਐਸਟੀਮੇਸ਼ਨ ਆਫ ਫਾਈਨੈਂਸ਼ੀਅਲ ਨੀਡ। ਕਿੱਥੋਂ ਸਟਾਰਟ ਹੁੰਦਾ ਵਾ, ਫਿਨਾਂਸ ਦੀਆਂ ਨੀਡ ਤੋਂ। ਫਿਨਾਂਸ ਦੀਆਂ ਕਿਹੜੀਆਂ ਜ਼ਰੂਰਤਾਂ ਵਾ ਅਤੇ ਉਹਨੂੰ ਵਧਾਉਂਦਾ ਵਾ, ਉਹਨੂੰ ਐਕਸਟੈਂਡ ਕਰਦਾ ਵਾ, ਰੇਜ਼ ਕਰਦਾ ਵਾ ਅਤੇ ਉਹਦੀ ਕੋਸਟ ਨੂੰ ਨਿਰਧਾਰਿਤ ਕਰਦਾ ਵਾ, ਤਾਂ ਕਿ ਬਜਟਰੀ ਡਿਸੀਜ਼ਨਸ ਲੈਣ ਦੇ ਵਿੱਚ ਹੈਲਪ ਕਰ ਸਕੀਏ। ਬਜਟਰੀ ਜਿਵੇਂ ਆਪਾਂ ਬਜਟ ਬਣਾ ਲੈਂਦੇ ਹਾਂ, ਐਸਟੀਮੇਸ਼ਨ ਲਗਾ ਲੈਂਦੇ ਹਾਂ ਕਿ ਕਿੰਨਾ ਸਾਲ ਦੇ ਵਿੱਚ ਖਰਚਾ ਹੋ ਸਕਦਾ ਜਾਂ ਬਿਜ਼ਨਸ ਨੂੰ ਲੈ ਕੇ ਕਿੰਨਾ ਖਰਚਾ ਹੋ ਸਕਦਾ, ਉਹ ਸਾਰਾ ਉਹ ਕਹਿੰਦੇ ਸਟਾਰਟਿੰਗ ਤੋਂ ਐਸਟੀਮੇਸ਼ਨ ਲਗਾਉਂਦਾ ਇਹਨਾਂ ਸਾਰੀਆਂ ਚੀਜ਼ਾਂ ਬਾਰੇ। ਤਾਂ ਦੇਖੋ ਮੀਨਿੰਗ ਆਪਣੇ ਕੋਲੇ ਕੀ ਹੈ, ਜੋ ਫਾਈਨੈਂਸਿੰਗ ਹੈ ਮੈਨੇਜਮੈਂਟ ਰਿਲੇਟ ਕਿਹਦੇ ਨਾਲ ਕਰਦਾ, ਕੰਸਰਨ ਹੁੰਦਾ ਰਿਲੇਟ ਇਹ ਦੋ ਤਰੀਕੇ ਨਾਲ ਕਰਦਾ, ਲੌਂਗ ਟਰਮ ਐਂਡ ਸ਼ਾਰਟ ਟਰਮ ਕ੍ਰੈਡਿਟ ਨੀਡ ਆਫ ਦਾ ਫਰਮ ਦੀਆਂ ਜਿਹੜੀਆਂ ਥੋੜ੍ਹੇ ਟਾਈਮ ਦੀਆਂ ਹੁੰਦੀਆਂ, ਲੈਸ ਦੈਨ 1 ਈਅਰ, ਮਤਲਬ 1 ਸਾਲ ਦੀ ਹੁੰਦੀ ਹੈ। ਲੌਂਗ ਟਰਮ ਆਪਣੇ ਕੋਲੇ ਮੋਰ ਦੈਨ 5 ਈਅਰ ਵੀ ਬੋਲ ਸਕਦੀ ਹੈ, ਮੋਰ ਦੈਨ 10 ਈਅਰ ਵੀ ਬੋਲ ਸਕਦੀ ਹੈ। ਤਾਂ ਦੇਖੋ ਫਾਈਨੈਂਸ਼ੀਅਲ ਮੈਨੇਜਮੈਂਟ ਆਪਣਾ ਕੀ ਰੈਫਰ ਕਰਦਾ, ਇੱਕ ਐਵੇਂ ਦੀ ਐਪਲੀਕੇਸ਼ਨ ਹੁੰਦੀ ਹੈ ਜਿਹੜੇ ਨਾਰਮਲੀ ਪ੍ਰਿੰਸੀਪਲਸ ਹੈ। ਦੇਖੋ ਮੈਨੇਜਮੈਂਟ 'ਚ ਕਿਹੜੇ ਪ੍ਰਿੰਸੀਪਲ ਆਉਂਦੇ ਨੇ, ਪਲੈਨਿੰਗ, ਆਰਗੇਨਾਈਜ਼ਿੰਗ, ਡਾਇਰੈਕਟਿੰਗ, ਕੰਟਰੋਲਿੰਗ। ਤਾਂ ਕਹਿੰਦੇ ਬਿਜ਼ਨਸ ਨੂੰ ਚਲਾਉਣ ਦੇ ਲਈ ਇਹ ਸਾਰੀਆਂ ਚੀਜ਼ਾਂ ਤਾਂ ਚਾਹੀਦੀਆਂ, ਨਾਲ ਆਪਾਂ ਪੈਸੇ ਬਾਰੇ ਦੇਖਣਾ, ਉਹਨੂੰ ਕੰਟਰੋਲਿੰਗ ਕਰਨੀ। ਤਾਂ ਹੁਣ ਇਹਦਾ ਸਕੋਪ ਕੀ ਹੈ, ਸਟਾਰਟਿੰਗ 'ਚ ਆਪਣੇ ਕੋਲੇ ਪਹਿਲਾਂ ਕਿਹਦੇ ਬਾਰੇ ਆਪਾਂ ਡਿਸੀਜ਼ਨ ਲੈਣਾ ਵਾ, ਫਾਈਨੈਂਸ਼ੀਅਲ ਪਲੈਨਿੰਗ ਮਤਲਬ ਫਿਨਾਂਸ ਦੇ ਬਾਰੇ ਆਪਾਂ ਯੋਜਨਾ ਬਣਾਉਣੀ। ਸਭ ਤੋਂ ਪਹਿਲਾਂ ਇਹਦੇ ਵਿੱਚ 2 ਪੁਆਇੰਟ ਆਉਂਦੇ ਨੇ। ਇੱਕ ਤਾਂ ਤੁਹਾਡੇ ਕੋਲੇ ਹੈ ਫਿਕਸਡ ਕੈਪੀਟਲ, ਸੈਕਿੰਡ ਹੈ ਤੁਹਾਡੇ ਕੋਲੇ ਵਰਕਿੰਗ ਕੈਪੀਟਲ। ਫਿਕਸਡ ਕੈਪੀਟਲ ਹੁੰਦੀ ਜਿਹੜੀ ਬਿਜ਼ਨਸ ਦੀ ਪਰਮਾਨੈਂਟ ਬਿਲਡਿੰਗ ਹੋ ਗਈ, ਲੈਂਡ ਹੋ ਗਈ, ਫਿਕਸਡ ਐਸਿਟ ਹੁੰਦੀ ਹੈ। ਕੈਪੀਟਲ ਆਪਣੇ ਕੋਲੇ ਫਿਕਸਡ ਐਸਿਟ, ਇਹਨਾਂ ਦੀ ਵੈਲਿਊ ਵੀ ਕਾਫੀ ਜ਼ਿਆਦਾ ਹਾਈ ਹੁੰਦੀ ਹੈ ਐਜ਼ ਕੰਪੈਰੀਜ਼ਨ ਟੂ ਵਰਕਿੰਗ ਕੈਪੀਟਲ। ਦੇਖੋ ਵਰਕਿੰਗ ਇਹਦੇ ਵਿੱਚ ਆਪਣੇ ਕੋਲੇ ਕੀ ਹੁੰਦਾ ਸੀ, ਆਪਣੇ ਕੋਲ ਨਾਰਮਲੀ ਕੀ ਆ ਜਾਂਦਾ ਵਾ, ਬਿਲਡਿੰਗ, ਮਸ਼ੀਨਰੀ, ਪਲਾਂਟ, ਇਹ ਸਾਰੀਆਂ ਚੀਜ਼ਾਂ ਉਹ ਫਿਕਸਡ ਹੁੰਦੀ ਹੈ ਕਿ ਇੱਕ ਵਾਰੀ ਬਿਜ਼ਨਸ 'ਚ ਆਪਾਂ ਪੈਸਾ ਲਗਾਤਾ। ਪਰ ਵਰਕਿੰਗ ਕੈਪੀਟਲ ਹੁੰਦੀ ਹੈ ਬਿਜ਼ਨਸ ਦੀ ਨੀਡ, ਡੇ ਟੂ ਡੇ ਰਿਕੁਆਇਰਮੈਂਟ। ਇਹ ਕੀ ਆਪਣੇ ਕੋਲੇ ਡੇ ਟੂ ਡੇ
ਰਿਕੁਆਇਰਮੈਂਟ ਡੇਲੀ ਬੇਸਿਸ ਜਿਹਨੂੰ ਆਪਾਂ ਬੋਲ ਸਕਦੇ ਹਾਂ, ਜਿੱਦਾਂ ਆਪਾਂ ਨੂੰ ਅੱਜ ਰॉ ਮਟੀਰੀਅਲ ਕਿੰਨਾ ਚਾਹੀਦਾ ਜਾਂ ਫਿਰ ਕੱਲ੍ਹ ਕਿੰਨਾ ਚਾਹੀਦਾ ਵਾ, ਡੇਲੀ ਬੇਸਿਸ ਜੋ ਆਪਾਂ ਕਿੰਨੀ ਅੱਜ ਆਪਾਂ ਲੇਬਰ ਵਧਾਏ ਆ ਤਾਂ ਉਹ ਲੇਬਰ ਨੂੰ ਐਕਸਟਰਾ ਕੋਸਟ ਦੇਣੀ ਹੈ, ਉਹ ਸਾਰੇ ਖਰਚੇ ਆਪਣੇ ਕਿਹਦੇ 'ਚ ਆਉਂਦੇ ਆ, ਵਰਕਿੰਗ ਕੈਪੀਟਲ 'ਚ। ਪਹਿਲਾਂ ਆਪਾਂ ਫਿਨਾਂਸ ਬਾਰੇ ਪਲੈਨਿੰਗ ਕਰ ਲਈ, ਫਿਨਾਂਸ ਬਾਰੇ ਪਲੈਨਿੰਗ ਕੀਤੀ ਕਿ ਆਪਾਂ ਕਿੰਨਾ ਫਿਕਸਡ ਕੈਪੀਟਲ ਖਰੀਦਣੀ ਹੈ, ਲੈਂਡ ਬਿਲਡਿੰਗ। ਸੈਕਿੰਡ ਆਪਾਂ ਵਰਕਿੰਗ ਕੈਪੀਟਲ ਡੇ ਟੂ ਡੇ ਕਿੰਨੀਆਂ ਕਰਨੀਆਂ। ਉਸ ਤੋਂ ਬਾਅਦ ਆਪਾਂ ਕਿਹਦੇ ਬਾਰੇ ਡਿਸੀਜ਼ਨ ਲੈਣਾ, ਇਨਵੈਸਟਮੈਂਟ। ਜਿਹੜੇ ਰਿਸੋਰਸਿਸ ਆਪਾਂ ਇਕੱਠੇ ਕੀਤੇ ਸੀ ਉਹ ਕਿੰਨੇ ਜ਼ਿਆਦਾ ਆਪਣੇ ਉਹਦੇ ਬਿਹਾਫ 'ਤੇ ਹੁੰਦਾ ਵਾ। ਇਹ ਇਨਵੋਲਵ ਆ ਡਿਸੀਜ਼ਨ ਰਿਗਾਰਡਿੰਗ ਕਿਹਦੇ ਬਾਰੇ, ਐਲੋਕੇਸ਼ਨ ਆਫ ਅਵੇਲੇਬਲ ਫੰਡ ਅਮੰਗ ਫਿਕਸਡ ਐਂਡ ਕਰੰਟ ਐਸਿਟ, ਫਿਕਸਡ ਪਰਮਾਨੈਂਟ ਵੀ, ਕਰੰਟ ਡੇ ਟੂ ਡੇ ਐਕਟੀਵਿਟੀਜ਼ ਵੀ, ਮਤਲਬ ਜਿਹੜੇ ਸ਼ਾਰਟ ਟਰਮ ਹੁੰਦੀਆਂ। ਇੰਪੋਰਟੈਂਟ ਪਾਰਟ ਹੈ ਬਿਕੋਜ਼ ਮਨੀ ਵਨਸ ਇਨਵੈਸਟਡ ਇਨ ਕੈਪੀਟਲ ਐਸਿਡ ਰਿਮੇਨ ਬਲੌਕ ਫੋਰ ਅ ਲੌਂਗ ਟਾਈਮ। ਉਹ ਕਹਿੰਦੇ ਜਿਹੜੇ ਕੈਪੀਟਲ ਐਸਿਡ ਹੁੰਦੇ ਉੱਦਾਂ ਹੀ ਪਏ ਰਹਿੰਦੇ ਨੇ ਲੰਮੇ ਸਮੇਂ ਤੱਕ। ਤਾਂ ਉਹ ਕਹਿੰਦੇ ਫਿਰ ਜੇ ਬਿਜ਼ਨਸ ਦੇ ਵਿੱਚ ਆਪਾਂ ਗਲਤ ਡਿਸੀਜ਼ਨ ਲੈ ਲਿਆ ਤਾਂ ਲੰਮੇ ਸਮੇਂ ਤੱਕ ਆਪਾਂ ਨੂੰ ਉਹਦਾ ਲੋਸ ਸਫਰ ਕਰਨਾ ਪੈ ਸਕਦਾ ਵਾ। ਅਤੇ ਇਸੇ ਕਰਕੇ ਆਪਾਂ ਇਨਵੈਸਟਮੈਂਟ ਡਿਸੀਜ਼ਨ ਕੀ ਲੈਣਾ, ਬਿਲਕੁਲ ਪ੍ਰੋਪਰ ਸਹੀ ਲੈਣਾ ਵਾ। ਇਨਵੈਸਟਮੈਂਟ ਚਲੋ ਆਪਾਂ ਕਰਤੀ, ਇਨਵੈਸਟਮੈਂਟ ਕਰਨ ਤੋਂ ਬਾਅਦ ਹੁਣ ਕੀ ਕਰਨਾ ਵਾ, ਫਿਨਾਂਸ ਡਿਸੀਜ਼ਨ। ਫਿਨਾਂਸ ਕਿੰਨਾ ਪੈਸਾ ਚਾਹੀਦਾ, ਹੁਣ ਦੇਖੋ ਉਹ ਕਹਿੰਦੇ ਐਸਟੀਮੇਸ਼ਨ ਫੰਡ ਲਗਾਉਣ ਤੋਂ ਬਾਅਦ ਕਿਹੜੇ ਕਿਹੜੇ ਸੋਰਸਿਸ ਕਿੱਥੋਂ, ਵੇਅਰ ਦੇ ਆਰ ਟੂ ਬੀ ਰੇਜ਼ਡ ਆਰ ਆਈਡੈਂਟੀਫਾਈ, ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ, ਉਹ ਸਾਰੀਆਂ ਚੀਜ਼ਾਂ ਕਹਿੰਦੇ ਆਪਾਂ ਇਹਦੇ ਵਿੱਚ ਦੇਖ ਲੈਣੀਆਂ। ਠੀਕ ਹੈ, ਵੈਨਸ ਦਾ ਫੰਡ ਆਰ ਨੀਡਡ, ਕਦੋਂ ਚਾਹੀਦੇ ਹੈ, ਕਿੱਥੇ ਕਿਹੜੀ ਜਗ੍ਹਾ 'ਤੇ ਰੇਜ਼ ਕਰਨੇ ਆ, ਉਹ ਸਾਰੇ ਫਿਨਾਂਸ ਨੂੰ ਲੈ ਕੇ ਆਪਾਂ ਡਿਸੀਜ਼ਨਸ ਲੈ ਲਏ। ਫੋਰਥ ਆਪਣੇ ਕੋਲ ਕਿਹੜਾ ਸਕੋਪ ਹੈ, ਡਿਵੀਡੈਂਡ ਡਿਸੀਜ਼ਨ। ਡਿਵੀਡੈਂਡ ਹੁੰਦਾ ਸਰਪਲਸ ਜਾਂ ਲਾਭ ਅੰਸ਼। ਡਿਵੀਡੈਂਡ ਦੇ ਵਿੱਚ ਆਪਾਂ ਨਾਰਮਲੀ ਇਸ ਤਰੀਕੇ ਨਾਲ ਬੋਲ ਸਕਦੇ ਹਾਂ ਕਿ ਜੋ ਆਪਾਂ ਨੂੰ ਲਾਸਟ 'ਤੇ ਸਰਪਲਸ ਹੋਊਗਾ ਉਹਦਾ ਆਪਾਂ ਕੀ ਕਰਨਾ ਵਾ। ਡਿਵੀਡੈਂਡ ਆਪਣੇ ਕੋਲ ਕੀ ਹੁੰਦਾ ਵਾ, ਲਾਭ ਅੰਸ਼। ਹੁਣ ਦੇਖੋ ਇਹ ਕਿ ਇਟ ਇਨਵੋਲਵ ਦਾ ਡਿਸੀਜ਼ਨ ਰਿਗਾਰਡਿੰਗ ਡਿਸਟਰੀਬਿਊਸ਼ਨ ਆਫ ਸਰਪਲਸ। ਸਰਪਲਸ ਕੀ ਹੈ, ਪ੍ਰੋਫਿਟ। ਜੋ ਡਿਵੀਡੈਂਡ ਹੈ ਪ੍ਰੋਫਿਟ ਹੈ, ਆਰਗੇਨਾਈਜੇਸ਼ਨ ਵਿੱਚ ਕਿੰਨਾ ਡਿਸਟਰੀਬਿਊਟ ਆਪਾਂ ਕਰਨਾ ਵਾ। ਤਾਂ ਕਹਿੰਦੇ ਫਿਨਾਂਸ ਮੈਨੇਜਰ ਡਿਸਾਈਡ ਕਰਦਾ ਵਾ ਹਾਊ ਮੱਚ ਪੋਰਸ਼ਨ ਆਫ ਸਰਪਲਸ, ਕਿੰਨਾ ਪੋਰਸ਼ਨ ਉਹਨੂੰ ਚਾਹੀਦਾ ਵਾ। ਲਾਈਕ ਆਪਣੇ ਕੋਲੇ ਕੀ ਹੈ, ਡਿਸਟਰੀਬਿਊਟਡ ਐਜ਼ ਡਿਵੀਡੈਂਡ, ਕਿੰਨਾ ਉਹਨੇ ਡਿਵੀਡੈਂਡ ਐਜ਼ ਅ ਪ੍ਰੋਫਿਟ ਜੋ ਵਰਕਰਸ ਦੇ ਵਿੱਚ ਜਾਂ ਮੈਨੇਜਰ ਦੇ ਵਿੱਚ ਕਿੰਨਾ ਵੰਡਣਾ ਵਾ। ਫਿਰ ਉਹਨੇ ਐਜ਼ ਅ ਰਿਜ਼ਰਵ ਕਿੰਨਾ ਰੱਖਣਾ ਵਾ। ਰਿਜ਼ਰਵ ਹੁੰਦਾ ਵਾ ਇਨ ਕੇਸ ਅਗਰ ਫਿਊਚਰ ਦੇ ਵਿੱਚ ਆਪਾਂ ਨੂੰ ਲੋੜ ਪੈ ਜੇ, ਕਈ ਵਾਰ ਜ਼ਰੂਰੀ ਨਹੀਂ ਹੁੰਦਾ ਹਰ ਵਾਰੀ ਬਿਜ਼ਨਸ 'ਚ ਪ੍ਰੋਫਿਟ ਹੋਵੇ। ਇਨ ਕੇਸ ਚਲੋ ਬਿਜ਼ਨਸ 'ਚ ਪ੍ਰੋਫਿਟ ਹੋਵੇ ਤਾਂ ਬਹੁਤ ਬੈਟਰ ਗੱਲ ਹੈ, ਬਟ ਇਨ ਕੇਸ ਅਗਰ ਲੋਸ ਹੋ ਗਿਆ ਤਾਂ ਕਿੱਥੋਂ ਬੀਅਰ ਕਰਨਗੇ, ਅਗਰ ਉਹਨਾਂ ਕੋਲੇ ਪਾਸਟ ਸੇਵਿੰਗਸ ਹੋਣਗੀਆਂ। ਠੀਕ ਹੈ, ਫਿਰ ਫਲਫਡ ਬੈਗ ਇਨ ਬਿਜ਼ਨਸ। ਫਲਫਡ ਬੈਗ ਹੁੰਦਾ ਦੁਬਾਰਾ ਆਪਾਂ ਬਿਜ਼ਨਸ ਦੇ ਵਿੱਚ ਪੈਸਾ ਕਿੰਨਾ ਲਗਾ ਰਹੇ ਹਾਂ। ਹੁਣ ਦੇਖੋ ਸਕੋਪ ਸੀਗੀਆਂ, ਫਿਨੈਂਸ਼ੀਅਲ ਪਲੈਨਿੰਗ ਕੀਤੀ, ਫਿਨਾਂਸ ਨੂੰ ਲੈ ਕੇ ਡਿਸੀਜ਼ਨ ਲਿੱਤੇ ਇਨਵੈਸਟਮੈਂਟ ਦੇ ਰਿਗਾਰਡਿੰਗ, ਫਿਰ ਫਿਨਾਂਸ ਦਾ ਸਹੀ ਡਿਸੀਜ਼ਨ ਲੈਣਾ, ਫਿਰ ਡਿਵੀਡੈਂਡ ਡਿਸੀਜ਼ਨ ਲਿਆ। ਹੁਣ ਉਹਦੇ ਓਬਜੈਕਟਿਵ ਕੀ ਹੈ, ਫਸਟ ਉਹਦਾ ਓਬਜੈਕਟਿਵ ਕੀ ਹੈ, ਪ੍ਰਕਿਓਰਮੈਂਟ ਆਫ ਐਡੀਕੁਏਟ ਫੰਡ। ਪ੍ਰਕਿਓਰ ਹੁੰਦਾ ਇਕੱਠਾ ਕਰਨਾ, ਐਡੀਕੁਏਟ ਮਤਲਬ ਜਿੰਨੇ ਆਪਾਂ ਨੂੰ ਫੰਡ ਚਾਹੀਦੇ ਹੈ, ਪ੍ਰਕਿਓਰ ਕਰ ਲੈਣੇ ਫੰਡ ਫॉर ਡਿਫਰੈਂਟ ਆਪਰੇਸ਼ਨ ਆਫ ਬਿਜ਼ਨਸ ਇਜ਼ ਦਾ ਫੋਰਮੋਸਟ ਓਬਜੈਕਟਿਵ। ਫਸਟ ਆਪਣਾ ਓਬਜੈਕਟਿਵ ਹੁੰਦਾ ਵਾ ਮੈਨੇਜਰ ਦਾ ਫਿਨੈਂਸ਼ੀਅਲ ਮੈਨੇਜਮੈਂਟ ਦੇ ਵਿੱਚ ਕਿਹੜਾ, ਪ੍ਰਕਿਓਰ, ਕਿ ਫੰਡ ਆਪਾਂ ਕਿਹੜੀ ਜਗ੍ਹਾ ਤੋਂ ਇਕੱਠਾ ਕਰਨਾ। ਇਹ ਕਰਨ ਤੋਂ ਬਾਅਦ ਹੁਣ ਫੰਡ ਨੂੰ ਆਪਾਂ ਸਹੀ ਤਰੀਕੇ ਨਾਲ ਕੀ ਕਰਨਾ, ਯੂਜ਼। ਉਹ ਕਹਿੰਦੇ ਆਫਟਰ ਪ੍ਰਕਿਓਰਮੈਂਟ, ਪ੍ਰਕਿਓਰਮੈਂਟ ਕਰਨ ਤੋਂ ਬਾਅਦ ਨੈਕਸਟ ਆਪਣਾ ਸਟੈਪ ਆਉਂਦਾ, ਉਹਨੂੰ ਆਪਾਂ ਸਹੀ ਤਰੀਕੇ ਨਾਲ ਕਰਨਾ। ਇਟ ਸ਼ੁੱਡ ਐਲੋਕੇਟ ਦਾ ਫੰਡ ਫॉर ਡਿਫਰੈਂਟ ਆਪਰੇਸ਼ਨ ਆਫ ਦਾ ਬਿਜ਼ਨਸ ਆਫਟਰ ਥਰੂ ਐਨਾਲਿਸਿਸ। ਐਨਾਲਿਸਿਸ ਕਰਨ ਤੋਂ ਬਾਅਦ ਉਹਨੂੰ ਆਪਾਂ ਸਹੀ ਤਰੀਕੇ ਨਾਲ ਯੂਜ਼ ਕਰਨਾ। ਠੀਕ ਹੈ, ਉਹਦੇ ਵਿੱਚ ਆਪਾਂ ਪ੍ਰੋਪਰ ਮੇਨਟੇਨ ਕਰਨਾ ਬੈਲੈਂਸ, ਪ੍ਰੋਫਿਟੇਬਿਲਿਟੀ ਕਰਨੀ, ਲਿਕੁਇਡਿਟੀ ਹੁੰਦਾ ਉਹਨੂੰ ਕੈਸ਼ ਦੀ ਫੋਰਮ 'ਚ ਕਿੰਨਾ ਕਨਵਰਟ ਕਰਨਾ ਅਤੇ ਕਿੰਨਾ ਸੇਵ ਕੀਤਾ ਹੋਇਆ। ਇਹ ਕਰਨ ਤੋਂ ਬਾਅਦ ਹੁਣ ਉਹ ਕਹਿੰਦੇ ਐਡਿਕੁਏਟ ਰਿਟਰਨ ਟੂ ਇਨਵੈਸਟਰ। ਰਿਟਰਨ ਕੀ ਹੁੰਦੀ ਹੈ, ਜਦੋਂ ਇਨਵੈਸਟਰ ਹੁੰਦੇ ਜਿਹੜੇ ਬਿਜ਼ਨਸ 'ਚ ਪੈਸਾ ਲਗਾਉਂਦੇ ਹੈ ਉਹਨਾਂ ਨੂੰ ਕਿੰਨੀ ਰਿਟਰਨ ਵਾਪਸ ਦੇ ਵਿੱਚ ਮਿਲਦੀ ਪਈ ਹੈ। ਠੀਕ ਹੈ, ਜਿੱਦਾਂ ਇਨਵੈਸਟਰਸ ਨੇ ਬਿਜ਼ਨਸ 'ਚ ਪੈਸਾ ਲਗਾਇਆ ਵਾ 1 ਲੱਖ ਜਾਂ ਇਦੋਂ ਵੱਧ ਲਗਾਇਆ, ਉਹਨਾਂ ਨੂੰ 1 ਲੱਖ ਦੇ ਬਦਲੇ ਕਿ 50,000 ਮਿਲਦਾ ਪਿਆ। ਅਗਰ 50,000 ਮਿਲੂ ਤਾਂ ਫਿਰ ਤਾਂ ਕੋਈ ਬੈਨੀਫਿਟ ਨਹੀਂ ਹੋਇਆ ਉਹਨਾਂ ਨੂੰ ਪੈਸਾ ਲਗਾਉਣ ਦਾ, ਕਿ ਉਹ 1 ਲੱਖ ਲਗਾ ਰਹੇ ਹੈ, ਅਗਰ ਉਹਨਾਂ ਨੂੰ ਪੈਸਾ ਮਿਲ ਰਿਹਾ 1,10,000, ਜੋ 10,000 ਐਕਸਟਰਾ ਮਿਲਦਾ ਉਹ ਕੀ ਹੁੰਦੀ ਆਪਣੀ ਰਿਟਰਨ। ਤਾਂ ਫਾਈਨੈਂਸ਼ੀਅਲ ਮੈਨੇਜਮੈਂਟ ਸ਼ੁੱਡ ਨਾਟ ਕੰਸਨਟਰੇਟ ਓਨਲੀ ਔਨ
ਪ੍ਰਕਿਓਰਿੰਗ ਐਡਿਕੁਏਟ ਫੰਡ ਵੀ ਇਕੱਲੇ ਇਕੱਠੇ ਫੰਡ ਕਰਨਾ ਇਹੀ ਨਹੀਂ ਬਹੁਤ ਹੁੰਦਾ, ਬਟ ਇਟ ਸ਼ੁੱਡ ਆਲਸੋ ਇੰਸ਼ੋਰ ਫੇਅਰ ਰਿਟਰਨ ਟੂ ਦਾ ਇਨਵੈਸਟਰ, ਕਿ ਉਹਨਾਂ ਨੂੰ ਆਪਾਂ ਸਹੀ ਫਾਰਮ ਦੇ ਵਿੱਚ ਸਹੀ ਰਿਟਰਨ ਉਹਨਾਂ ਨੂੰ ਦੇਣੀ। ਇਟ ਸ਼ੁੱਡ ਏਮ, ਇਹਦਾ ਮੇਨ ਏਮ ਕੀ ਹੈ, ਐਟ ਪ੍ਰੋਵਾਈਡਿੰਗ ਰਿਟਰਨ ਟੂ ਦਾ ਇਨਵੈਸਟਰ ਬਾਈ ਦਾ ਵੇ ਆਫ ਮੈਕਸੀਮਮ ਡਿਵੀਡੈਂਡ, ਕਿ ਵੱਧ ਤੋਂ ਵੱਧ ਪ੍ਰੋਫਿਟ ਹੋਵੇ ਅਤੇ ਜ਼ਿਆਦਾ ਹਾਈ ਮਾਰਕੀਟ ਪ੍ਰਾਈਸਿਸ ਹੋਵੇ। ਠੀਕ ਹੈ, ਫਿਰ ਉਹ ਕਹਿੰਦੇ ਬਿਜ਼ਨਸ ਦੇ ਵਿੱਚ ਆਪਾਂ ਨੂੰ ਕੀ ਹੈ, ਮੈਕਸੀਮਾਈਜੇਸ਼ਨ ਆਫ ਰਿਸਕ, ਮਿਨੀਮਾਈਜੇਸ਼ਨ ਆਫ ਰਿਸਕ। ਮੈਕਸੀਮਾਈਜੇਸ਼ਨ ਰਿਸਕ ਗਲਤ ਬੋਲਤਾ, ਕਿ ਬਿਜ਼ਨਸ ਦੇ ਵਿੱਚ ਰਿਸਕ ਆਪਣੇ ਕੋਲੇ ਕੀ ਹੋਣਾ ਚਾਹੀਦਾ, ਘੱਟੋ ਘੱਟ ਹੋਣਾ ਚਾਹੀਦਾ। ਘੱਟੋ ਘੱਟ ਕਿੱਦਾਂ ਹੋਊਗਾ, ਅਗਰ ਆਪਾਂ ਅਕੋਰਡਿੰਗ ਟੂ ਫੈਸ਼ਨ, ਅਕੋਰਡਿੰਗ ਟੂ ਟੇਸਟ, ਅਕੋਰਡਿੰਗ ਟੂ ਪ੍ਰੈਫਰੈਂਸ ਸਪਲਾਈ ਕਰਾਂਗੇ। ਤਾਂ ਕਹਿੰਦੇ ਬਿਜ਼ਨਸ ਐਕਟੀਵਿਟੀਜ਼ ਹਮੇਸ਼ਾ ਆਲਵੇਜ਼ ਇਨਵੋਲਵ ਹੁੰਦਾ ਰਿਸਕ। ਕੋਈ ਵੀ ਬਿਜ਼ਨਸ ਇਹੋ ਜਿਹਾ ਨਹੀਂ ਹੋਊਗਾ ਜਿਹਦੇ ਵਿੱਚ ਰਿਸਕ ਨਹੀਂ ਹੋਊਗਾ। ਬਿਜ਼ਨਸ ਹਮੇਸ਼ਾ ਕਦੋਂ ਸਕਸੈਸਫੁਲ ਹੁੰਦੇ ਨੇ, ਜਿੱਥੇ ਰਿਸਕ ਜ਼ਿਆਦਾ ਹੁੰਦਾ। ਤਾਂ there is a danger of losses due to change in fashion, accident, so financial management should remain vigilant and prepare contingency plans। ਉਹ ਕਹਿੰਦੇ ਫਿਰ ਇਸ ਤਰੀਕੇ ਦੇ ਪ੍ਰਪੇਅਰ ਕਰਦਾ ਵਾ ਤਾਂ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਕ੍ਰੀਏਟ ਨਾ ਹੋਵੇ। ਫਿਰ ਆਪਣਾ ਜਿਹੜਾ ਕੈਪੀਟਲ ਸਟਰਕਚਰ ਹੈ, ਕੈਪੀਟਲ ਸਟਰਕਚਰ ਕੀ ਹੁੰਦਾ ਵਾ, ਕਿ ਆਪਣੇ ਜਿਹੜੇ ਆਪਾਂ ਕਿਹਦੇ ਤੋਂ ਉਧਾਰ ਲੈ ਰਹੇ ਹੈ, ਠੀਕ ਹੈ, ਜਾਂ ਕਿਹਦੇ ਤੋਂ ਕਿਹੜਾ ਸੋਰਸ ਲੈ ਰਹੇ ਹੈ, ਉਹ ਸਾਰੀਆਂ ਆਪਾਂ ਸਹੀ ਤਰੀਕੇ ਨਾਲ ਇਹਦੇ ਵਿੱਚ ਦੇਖ ਲੈਣਾ। ਤਾਂ ਕਹਿੰਦੇ ਦੇਖੋ ਇਹਦਾ ਕੰਬੀਨੇਸ਼ਨ ਕੀ ਹੈ, ਕੰਬੀਨੇਸ਼ਨ ਤੁਸੀਂ ਇਹ ਯਾਦ ਰੱਖਣਾ ਵਾ, ਕੈਪੀਟਲ ਸਟਰਕਚਰ ਇੱਕ ਢਾਂਚਾ ਜਿਹੜਾ ਹੁੰਦਾ ਵਾ, ਉਹਦੇ ਵਿੱਚ ਸ਼ੇਅਰ, ਡਿਬੈਂਚਰ ਐਂਡ ਬੋਰਵਿੰਗ ਸ਼ੁੱਡ ਬੀ ਮੈਨੇਜਡ ਇਨ ਆਰਡਰ ਟੂ ਅਚੀਵ, ਵੀ ਉਹਦੇ ਅਕੋਰਡਿੰਗ ਹੋਣੀ ਚਾਹੀਦੀ ਹੈ। ਫਿਰ ਆਪਣਾ ਜਿਹੜਾ ਕ੍ਰੀਏਟਿੰਗ ਐਡਿਕੁਏਟ ਰਿਜ਼ਰਵ, ਬਿਜ਼ਨਸ 'ਚ ਪੈਸਾ ਆਪਾਂ ਰਿਜ਼ਰਵ ਕਿੰਨਾ ਰੱਖਿਆ ਹੋਇਆ ਉਹ ਦੇਖਣਾ। ਉਹ ਦੇਖਣ ਤੋਂ ਬਾਅਦ ਆਪਾਂ ਉਹਨਾਂ ਨੂੰ ਫਾਈਨੈਂਸ਼ੀਅਲ ਓਬਲੀਗੇਸ਼ਨਸ ਕੀ ਹੈ ਫਿਨਾਂਸ ਦੇ ਰਿਗਾਰਡਿੰਗ, ਜਿੱਦਾਂ ਲਾਈਕ ਲੋਨ, ਰਿਫੰਡ ਆਫ ਲੋਨ, ਪੇਮੈਂਟ, ਪ੍ਰੋਵੀਡੈਂਟ, ਇਹ ਸਾਰੀਆਂ ਚੀਜ਼ਾਂ ਆਪਾਂ ਉਹਨਾਂ ਨੂੰ ਦਿੰਦੇ ਰਹਿਣਾ। ਫਿਰ ਨੈਕਸਟ ਮੇਨਟੇਨੈਂਸ ਆਫ ਲਿਕੁਡਿਟੀ। ਲਿਕੁਡਿਟੀ ਉਹ ਕਹਿੰਦੇ ਇਸ ਤਰੀਕੇ ਨਾਲ ਕਿ ਅਗਰ ਇਨ ਕੇਸ ਫਿਊਚਰ ਆਪਾਂ ਨੂੰ ਅੱਗੇ ਜਾ ਕੇ ਫਿਊਚਰ ਦੇ ਵਿੱਚ ਪੈਸੇ ਦੀ ਲੋੜ ਪੈਂਦੀ, ਆਪਾਂ ਉਹਨੂੰ ਉਦੋਂ ਹੀ ਕੈਸ਼ ਦੀ ਫਾਰਮ 'ਚ ਕਨਵਰਟ ਕਰਵਾ ਸਕੀਏ। ਕੈਸ਼ ਬਜਟ ਉਹ ਕਹਿੰਦੇ ਰਿਕੁਆਇਰਡ ਹੋਣਾ ਚਾਹੀਦਾ ਵਾ, ਪ੍ਰਪੇਅਰਡ ਆਫਟਰ ਥਰੂ ਐਨਾਲਿਸਿਸ ਆਫ ਇਨਫਲੋ ਐਂਡ ਆਊਟਫਲੋ, ਕਿ ਬਿਜ਼ਨਸ 'ਚ ਕਿੰਨਾ ਫੰਡ ਆਇਆ ਅਤੇ ਕਿੰਨਾ ਫੰਡ ਗਿਆ। ਇਹ ਕਰਨ ਤੋਂ ਬਾਅਦ ਆਪਾਂ ਕਹਿੰਦੇ ਪ੍ਰੋਪਰ ਤਰੀਕੇ ਨਾਲ ਇਹਨਾਂ ਨੂੰ ਦੇਖ ਸਕਦੇ ਹਾਂ ਕੈਸ਼ ਆਰਡਰ। ਫਿਰ ਆਪਣੇ ਕੋਲ ਕੀ ਆ, ਵੱਧ ਤੋਂ ਵੱਧ ਕਿੰਨਾ ਪ੍ਰੋਫਿਟ, ਮੈਕਸੀਮਾਈਜੇਸ਼ਨ। ਹੁਣ ਦੇਖੋ ਪ੍ਰੋਫਿਟ ਤਾਂ ਹੋਊਗਾ ਹੀ ਜਦੋਂ ਆਪਾਂ ਬਿਜ਼ਨਸ ਦੇ ਵਿੱਚ ਰਿਸਕ ਵੀ ਮਿਨੀਮਾਈਜ਼ ਕੀਤਾ, ਕੈਪੀਟਲ ਸਟਰਕਚਰ ਪ੍ਰੋਪਰ ਤਰੀਕੇ ਨਾਲ ਕੀਤਾ, ਇਨਵੈਸਟਰਸ ਨੂੰ ਰਿਟਰਨ ਪ੍ਰੋਪਰ ਮਿਲੀ ਹੈ। ਫਿਰ ਉਹ ਕਹਿੰਦੇ ਪ੍ਰੋਫਿਟ ਮੈਕਸੀਮਾਈਜੇਸ਼ਨ ਆਪਣਾ ਬਹੁਤ ਇੰਪੋਰਟੈਂਟ ਪਾਰਟ ਹੁੰਦਾ। ਇਟ ਸ਼ੁੱਡ ਨਾਟ ਓਨਲੀ ਐਡਿਕੁਏਟ ਇਨਫ ਟੂ ਮੀਟ ਦਾ ਕੋਸਟ ਆਫ ਬਿਜ਼ਨਸ ਬਟ ਸ਼ੁੱਡ ਆਲਸੋ ਪ੍ਰੋਵਾਈਡ ਫੰਡ ਫॉर ਗਰੋਥ। ਕਾਹਦੇ ਵਾਸਤੇ ਜ਼ਰੂਰੀ ਹੁੰਦਾ ਹੈ, ਬਿਜ਼ਨਸ ਨੂੰ ਵਧਾਉਣ ਦੇ ਲਈ ਐਂਡ ਐਕਸਪੈਂਡ ਕਰਨ ਦੇ ਲਈ। ਅਤੇ ਇੱਕ ਇਹ ਕਿਹਦੇ ਰਿਲੇਟਡ ਹੈ, ਅਨਫੋਰਸਿਨ ਰਿਸਕ, ਜਿਹੜੇ ਆਪਾਂ ਕਦੇ ਮੈਜ਼ਰ ਹੀ ਨਹੀਂ ਕੀਤੇ ਹੁੰਦੇ। ਫਿਰ ਹੋਰ ਕਿਹਨੂੰ ਮੈਕਸੀਮਾਈਜੇਸ਼ਨ ਕਰਨਾ ਆਪਾਂ, ਵੈਲਥ। ਵੈਲਥ ਹੁੰਦਾ ਧਨ, ਬਿਜ਼ਨਸ ਦੇ ਵਿੱਚ ਕਿੰਨਾ ਵੈਲਥ ਆ ਰਿਹਾ, ਕਿੰਨਾ ਉਸ ਤਰੀਕੇ ਨਾਲ ਕਹਿੰਦੇ ਦੇਖਣਾ। ਤਾਂ ਵੈਲਥ ਆਪਣਾ ਬਹੁਤ ਇੰਪੋਰਟੈਂਟ ਪਾਰਟ ਆ। ਵੈਲਥ ਮੈਕਸੀਮਾਈਜੇਸ਼ਨ ਇਨਕਰੀਜ਼ ਕਰਦਾ ਕੌਨਫੀਡੈਂਸ ਆਫ ਇਨਵੈਸਟਰਸ ਦਾ ਕੌਨਫੀਡੈਂਸ ਵਧਾਉਂਦੇ ਆ, ਕਿਉਂਕਿ ਜਦੋਂ ਪਤਾ ਉਹਨਾਂ ਨੂੰ ਇੱਥੇ ਬਿਜ਼ਨਸ 'ਚ ਵੱਧ ਪ੍ਰੋਫਿਟ ਹੋ ਰਿਹਾ, ਹਰ ਕੋਈ ਇਨਵੈਸਟਰ ਚਾਹੂਗਾ ਕਿ ਅਸੀਂ ਬਿਜ਼ਨਸ 'ਚ ਪੈਸਾ ਇਨਵੈਸਟ ਕਰੀਏ। ਮਨੀ ਲੈਂਡਰਸ, ਇਹ ਸਾਰੇ ਆਪਣੇ ਕੋਲੇ ਮੇਨ ਹੁੰਦੇ ਨੇ। ਤਾਂ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਚੈਪਟਰ ਹੈ। ਤਾਂ ਫਾਈਨੈਂਸ਼ੀਅਲ ਮੈਨੇਜਮੈਂਟ ਹੈ। ਕੱਲ੍ਹ ਆਪਾਂ ਡਿਸਕਸ ਨੈਕਸਟ ਕਰਾਂਗੇ ਫਾਈਨੈਂਸ਼ੀਅਲ ਪਲੈਨਿੰਗ।